बैन ਦੇ ਵਿੱਚ ਦੇਖੋ डिस्पोजेबल है प्लास्टिक चीज़ां हैं बट सानू कोई चीज़ पता नहीं है कि बैन है कि नहीं बैन साडे कोल कोई ऑल्टर नहीं है। ਹੁਣ ਸਾਡੇ ਬੱਚੇ ਪਛਾਣ ਕਹਿੰਦੇ ਪਾਪਾ ਸਾਨੂੰ ਬਾਹਰ ਭੇਜੋ ਅਸੀਂ ਇੱਥੇ ਇੰਡੀਆ ਨਹੀਂ ਰਹਿਣਾ ਹੈਗਾ। देखो सानू नोटिफिकेशन यही सी कि सिंगल यूज प्लास्टिक 1 जुलाई तो बैन है बस साडे कोई होर कोई चीज़ नहीं कि चीज़ चलनी है कि चीज़ नहीं चलनी। ਇੱਥੇ ਆਪਾਂ ਇਹਨੇ ਟੈਕਸ ਦੇ ਬਾਵਜੂਦ ਹੀ ਸੇਫ ਨਹੀਂ ਹੈ। ਕਿਸੇ ਅਧਿਕਾਰੀ ਨਾਲ ਤੁਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਕਿ ਕਿਹੜੀਆਂ ਚੀਜ਼ਾਂ ਮੈਨੂੰ ਤੁਹਾਨੂੰ ਪ੍ਰੋਪਰ ਉਸ ਬਾਰੇ ਗਾਈਡ ਕੀਤਾ ਜਾ ਸਕੇ ਤਾਂ ਕਿ ਗੱਲਬਾਤ ਕੋਈ ਰਣਨੀਤੀ ਤਿਆਰ ਨਹੀਂ। ਅਸੀਂ ਮਿਲੇ ਐਮਐਲਏ ਸਾਹਿਬ ਨੂੰ ਕਹਿੰਦੇ ਤੁਹਾਡੇ ਅੱਗੇ ਮਾਨ ਸਾਹਿਬ ਮੀਟਿੰਗ ਕਰਾਵਾਂਗੇ ਪਰ ਹਾਲ ਤੱਕ ਕੋਈ ਮੀਟਿੰਗ ਨਹੀਂ ਸਾਡੀ ਹੋ ਰਹੀ। ਸਾਡੇ ਵੀ ਪੰਜਾਬ ਗਵਰਨਮੈਂਟ ਨੂੰ ਚਾਹੀਦਾ ਕਿ 75 ਮੇਕਰਸ ਪਾਸ ਕਰ ਦਿਓ ਸਾਨੂੰ ਕੋਈ ਚੀਜ਼ ਚਲਾਉਣ ਦਿਓ ਕੋਈ ਦਿੱਕਤ ਨਹੀਂ ਤੁਹਾਡੇ ਨਾਲ ਲੈ ਕੇ ਜੋ ਤੁਸੀਂ ਕਹੋਗੇ ਅਸੀਂ ਉਹ ਕਰਾਂਗੇ। ਉਹਦੇ ਜੀਐਸਟੀ ਬਿੱਲ ਸਰਕਾਰ ਨੂੰ ਸੰਭਾਲਦੀ ਉਹਨਾਂ ਨੂੰ ਹੈਲਥ ਫ੍ਰੀ ਹੈਗੀ ਹੈ ਛੋਟੇ ਬੱਚਾ ਮੈਡੀਕਲ ਫ੍ਰੀ ਹੈਗਾ ਸਭ ਕੁਝ ਫ੍ਰੀ ਹੈਗਾ ਪੜ੍ਹਾਈ ਬੱਚਾ ਫ੍ਰੀ ਹੈਗੀ ਕਿਉਂ ਨਹੀਂ ਬੱਚੇ ਬਾਹਰ ਭੱਜਣਗੇ। ਜਿਸ ਤਰੀਕੇ ਨਾਲ ਸਰਕਾਰ ਦਾ ਕਹਿਣਾ ਹੈ ਕਿ ਪ੍ਰਦੂਸ਼ਣ ਜਿਹੜਾ ਕਾਫੀ ਜ਼ਿਆਦਾ ਵੱਧਦਾ ਹੈ ਪਲਾਸਟਿਕ ਦੇ ਨਾਲ ਉਹਨਾਂ ਦਾ ਕਹਿਣਾ ਹੈ ਕਿ ਇਸੇ ਕਰਕੇ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਬੈਨ ਕੀਤਾ ਜਾ ਰਿਹਾ ਤਾਂ ਉਹਦਾ ਅਸਰ ਹੈ। ਸਰ ਅਸੀਂ ਟੈਕਸਿਸ ਕਾਹਦਾ ਦਿੰਦੇ ਆ ਅਸੀਂ ਸਭ ਕੁਝ ਦਿੰਦੇ ਟੈਕਸ ਦਿੰਦੇ ਆ ਸਰਕਾਰ ਨੂੰ ਚਾਹੀਦਾ ਮੈਨੇਜਮੈਂਟ ਤੁਹਾਡੇ ਹੱਥ ਚਾਹੀਦੀ ਹੈ। ਤੁਸੀਂ ਆਪ ਦੇਖੋ ਸੜਕਾਂ ਸਰਕਾਰ ਬਣਾਉਂਦੀ ਹੈ ਇੱਕ ਬਾਰਿਸ਼ ਆ ਜੀ ਟੋਏ ਪੈਣ ਸੜਕਾਂ ਉਹ ਤਾਂ ਮੈਨੇਜਮੈਂਟ ਕਰੇਗੀ ਨਾ ਇੰਨੀ ਤਨਖਾਹਾਂ ਪੇ ਕਰਦੇ ਇੰਨੀ ਸੈਲਰੀ ਬੇਸ ਕਰਦੇ ਕਿਹਦੇ ਵਾਸਤੇ ਪੇ ਕਰਦੇ ਇਹਨਾਂ ਨੂੰ ਚਾਹੀਦਾ ਕਿ ਸਹੀ ਮੈਨੇਜਮੈਂਟ ਸਹੀ ਕਰੇ। ਹੈਵੀ ਗੇਜ ਦਾ ਮਾਲ ਬਣ ਗਿਆ ਤਰ੍ਹਾਂ ਬਾਈਕ ਉਹ ਨੁਕਸਾਨ ਨਹੀਂ ਕੋਈ ਕਲਰ ਹੈ ਜਾਂ ਬਲੈਕ ਹੈ ਜਾਂ ਵਾਈਟ ਉਹ ਕੋਈ ਦਿੱਕਤ ਹੈਗੀ ਉਹ ਯੂਜ਼ੇਬਲ ਹੈ ਬਸ ਲਾਈਟ ਵੇਟ ਦਾ ਮਾਲ ਬੰਦ ਹੋਣਾ ਚਾਹੀਦਾ। ਸਰ ਅੱਧੇ ਤੋਂ ਵੱਧ ਸੇਲ ਘੱਟ ਸੇਲ ਹੀ ਬੋਡੀ ਕੀ ਸੇਲ ਸਾਡੀ ਦਾ ਬਹੁਤ ਜ਼ਿਆਦਾ ਝੜ ਗਿਆ। ਮਤਲਬ ਇੱਕ ਫੈਕਟਰੀ 200 ਪਰ ਬੰਦੇ ਪਾਲ ਰਹੀ ਹੈਗੀ ਜਦ ਕਿ ਸਰਕਾਰ ਡਿਊਟੀ ਉਹਨਾਂ ਨੌਕਰੀਆਂ ਦਿੰਦੀ। ਇੱਕ ਤਾਂ ਮਹਾਨ ਸਰਕਾਰ ਜੋ ਆਈ ਸੀਗੀ ਉਹਨਾਂ ਨੇ ਕਿਹਾ ਸੀ ਤੁਸੀਂ ਪੰਜਾਬ ਜੋ ਪਾ ਲਿਓ ਪੰਜਾਬ 'ਚ ਆਪਾਂ ਖੁਸ਼ਹਾਲ ਕਰਾਂਗੇ। ਖੁਸ਼ਹਾਲ ਕੀ ਹੋਣਾ ਹੁਣ ਥੋੜੇ ਖੁਸ਼ਹਾਲੀ ਹੈ ਤੇ ਬੱਚੇ ਹੁਣ ਬਾਹਰ ਜਾਣ ਹੁਣ ਸਾਡਾ ਇੱਕ ਤਾਂ ਵਪਾਰ ਬੰਦ ਕਰ ਰਾਤੋਂ ਰਾਤ ਸਾਨੂੰ ਅਰਸ਼ ਤੇ ਫਰਸ਼ ਲੈ ਆਂਦਾ। ਪੰਜਾਬ ਸਰਕਾਰ ਦੇ ਵੱਲੋਂ ਕਈ ਨਵੇਂ ਫੈਸਲੇ ਲਏ ਗਏ ਨੇ ਔਰ ਬੀਤੇ ਦਿਨ ਵੀ ਇੱਕ ਫੈਸਲਾ ਲਿਆ ਗਿਆ ਜਿਸ ਦੇ ਵਿੱਚ ਪਲਾਸਟਿਕ ਨੂੰ ਬੈਨ ਕੀਤਾ ਗਿਆ। ਸਿੰਗਲ ਯੂਜ਼ ਵਾਲੀਆਂ ਜਿਹੜੀਆਂ ਪਲਾਸਟਿਕ ਦੀਆਂ ਵਸਤੂਆਂ ਨੇ ਉਹਨਾਂ ਦੇ ਉੱਤੇ ਬੈਨ ਲਗਾਇਆ ਗਿਆ ਤਾਂ ਇਹਨਾਂ ਵਿੱਚ ਕਿਹੜੀਆਂ ਚੀਜ਼ਾਂ ਦੇ ਉੱਤੇ ਬੈਨ ਲਗਾਇਆ ਗਿਆ ਕਿਹੜੀਆਂ ਚੀਜ਼ਾਂ ਹੁਣ ਤੁਹਾਨੂੰ ਬਾਜ਼ਾਰ ਦੇ ਵਿੱਚ ਨਹੀਂ ਮਿਲਣਗੀਆਂ ਔਰ ਇਸ ਦੇ ਨਾਲ ਵਪਾਰੀਆਂ ਦੇ ਉੱਤੇ ਕੀ ਜਿਹੜਾ ਅਸਰ ਪਏਗਾ ਉਹਨਾਂ ਨੂੰ ਕੀ ਫਰਕ ਪਏਗਾ ਉਸ ਦੇ ਲਈ ਗੱਲਬਾਤ ਕਰਾਂਗੇ। ਸਾਡੇ ਨਾਲ ਲੁਧਿਆਣਾ ਦੇ ਵਪਾਰੀ ਨੇ ਤਰੁਣ ਜੀ ਅਤੇ ਰਜੇਸ਼ ਜੀ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਕਿ ਕੀ ਨੁਕਸਾਨ ਹੈ ਇਸ ਚੀਜ਼ ਦਾ ਉਹਨਾਂ ਨੂੰ। ਸਰ ਸਭ ਤੋਂ ਪਹਿਲਾਂ ਤਾਂ ਇਹੀ ਹੈ ਕੁਐਸਚਨ ਕਿ ਕਿਹੜੀਆਂ ਚੀਜ਼ਾਂ ਬੈਨ ਹੋਈਆਂ ਨੇ। ਸਰ ਬੈਨ ਦੇ ਵਿੱਚ ਦੇਖੋ ਡਿਸਪੋਜ਼ੇਬਲ ਹੈ ਪਲਾਸਟਿਕ ਚੀਜ਼ਾਂ ਆ ਬਟ ਸਾਨੂੰ ਕੋਈ ਚੀਜ਼ ਪਤਾ ਨਹੀਂ ਹੈ ਕੀ ਬੈਨ ਹੈ ਕੀ ਨਹੀਂ ਬੈਨ ਸਾਡੇ ਕੋਲ ਕੋਈ ਆਲਟਰ ਨਹੀਂ ਹੈ। ਜੇ ਸਾਡੇ ਨੋਟੀਫਿਕੇਸ਼ਨ ਵਗੈਰਾ ਨਹੀਂ ਦਿੱਤਾ ਦੇਖੋ ਸਾਨੂੰ ਨੋਟੀਫਿਕੇਸ਼ਨ ਇਹੀ ਸੀ ਕਿ ਸਿੰਗਲ ਯੂਜ਼ ਪਲਾਸਟਿਕ 1 ਜੁਲਾਈ ਤੋਂ ਬੈਨ ਹੈ ਬਸ ਸਾਡੇ ਕੋਈ ਹੋਰ ਕੋਈ ਚੀਜ਼ ਨਹੀਂ ਕੀ ਚੀਜ਼ ਚੱਲਣੀ ਹੈ ਕੀ ਚੀਜ਼ ਨਹੀਂ ਚੱਲਣੀ ਸਾਨੂੰ ਬਾਕੀ ਇਸ ਬਾਰੇ ਕੁਝ ਵੀ ਨਹੀਂ ਪਤਾ। ਅਸੀਂ ਫ੍ਰੀ ਬੈਠੇ ਹੋਏ ਹਾਂ ਸਰ 1.5 ਮਹੀਨੇ ਤੋਂ। ਤਾਂ ਕਿਸੇ ਅਧਿਕਾਰੀ ਨਾਲ ਤੁਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਕਿ ਕਿਹੜੀਆਂ ਚੀਜ਼ਾਂ ਮੈਨੂੰ ਤੁਹਾਨੂੰ ਪ੍ਰੋਪਰ ਉਸ ਬਾਰੇ ਗਾਈਡ ਕੀਤਾ ਜਾ ਸਕੇ ਤਾਂ ਕਿ ਗੱਲਬਾਤ ਹੋਈ। ਕੁਝ ਵੀ ਨਹੀਂ ਹੋਇਆ ਸਾਡੇ ਨਾਲ ਕੋਈ ਮੀਟਿੰਗ ਨਹੀਂ ਹੈ ਕੋਈ ਆਫੀਸਰ ਨਹੀਂ ਹੈ ਕੋਈ ਕੁਝ ਨਹੀਂ ਹੈ ਪਰ ਲੋਕ ਡਰੇ ਹੋਏ ਆ ਲਾਈਕ ਕੋਈ ਕਸਟਮਰ ਵੀ ਨਹੀਂ ਆ ਰਿਹਾ ਕੋਈ ਸਾਡੇ ਕੋਲ ਲਿਫਾਫਾ ਦੇ ਦਿਓ ਜਾਂ ਕੁਝ ਵੀ ਨਹੀਂ ਆ ਰਿਹਾ ਸਾਡੇ ਕੋਲ ਬਹੁਤ ਜ਼ਿਆਦਾ ਪ੍ਰਭਾਵ ਹੈ ਇਸ ਚੀਜ਼ ਦਾ। ਬਿਲਕੁਲ ਜੀ ਦੇਖਿਆ ਜਿਸ ਤਰੀਕੇ ਨਾਲ ਕਾਰਵਾਈ ਕਰਨ ਦੇ ਜਿਹੜੇ ਨਿਰਦੇਸ਼ ਦਿੱਤੇ ਗਏ ਨੇ ਕਿ ਜੇਕਰ ਕੋਈ ਵੀ ਜਿਹੜੇ ਸਮਾਨ ਦੀ ਵਿਕਰੀ ਕਰਦਾ ਪਲਾਸਟਿਕ ਦੇ ਤਾਂ ਉਹਨਾਂ ਦੇ ਉੱਤੇ ਕਾਰਵਾਈ ਕਰਨ ਦੇ ਜਿਹੜਾ ਸਖਤ ਨਿਰਦੇਸ਼ ਦਿੱਤੇ ਗਏ ਨੇ ਤਾਂ ਉਸ ਚੀਜ਼ ਦਾ ਸ਼ਾਇਦ ਅਸਰ ਹੋ ਸਕਦਾ ਹੈ ਪਰ ਕਿਤੇ ਨਾ ਕਿਤੇ ਵਪਾਰੀਆਂ ਦੇ ਲਈ ਕਹਿ ਸਕਦੇ ਹਾਂ ਕਿ ਥੋੜਾ ਬਹੁਤ ਉਹਨਾਂ ਨੂੰ ਝਟਕਾ ਵੀ ਤੁਹਾਨੂੰ ਲੱਗਿਆ ਹੋਏਗਾ ਇੱਥੇ। ਬਿਲਕੁਲ ਸਰ 100% ਝਟਕਾ ਹੈ ਕੁਝ ਵੀ ਹੈ ਨਹੀਂ ਇਹਦੇ ਵਿੱਚ। ਅਸੀਂ ਸਿੰਪਲ ਲਾਈਕ ਬੈਠੇ ਹੋਏ ਹਾਂ ਚੁੱਪ ਕਰਕੇ ਸਾਡੇ ਕੋਲ ਕੋਈ ਆਫੀਸਰ ਨਹੀਂ ਹੈ ਸਾਡੇ ਕੋਲ ਆ ਕੇ ਦੱਸ ਦੇਣ ਕਿ ਭਾਈ ਤੁਸੀਂ ਇਹ ਚੀਜ਼ ਚਲਾ ਲਓ ਆਹ ਚੀਜ਼ ਨਹੀਂ ਚਲਾਉਣੀ ਸਾਨੂੰ ਕੁਝ ਪਤਾ ਹੀ ਨਹੀਂ ਹੈ। ਅਸੀਂ ਆਰਾਮ ਨਾਲ ਬੈਠੇ ਹੋਏ ਹਾਂ 3-4 ਦਿਨ ਤੋਂ ਲਾਈਕ ਉਹਦੇ ਫ੍ਰੀ ਬੈਠੇ ਹੋਏ ਹਾਂ ਅਸੀਂ ਸਾਨੂੰ ਕੋਈ ਚੀਜ਼ ਦੱਸ ਦੇਣ ਆ ਕੇ ਸਰ ਆਹ ਚੀਜ਼ ਚਲਾ ਲਓ ਆਹ ਚੀਜ਼ ਨਹੀਂ ਚਲਾਵਾਂਗੇ ਅਸੀਂ ਉਹੀ ਚੀਜ਼ ਆਪਣੀ ਦੁਕਾਨ 'ਤੇ ਰੱਖ ਲਈਏ। ਸਾਨੂੰ ਕੁਝ ਪਤਾ ਹੀ ਨਹੀਂ ਹੈ ਕਿ ਪੈਕਿੰਗ ਮਟੀਰੀਅਲ ਵੀ ਬੈਨ ਹੈ ਕਿ ਕੈਰੀ ਬੈਗ ਵੀ ਬੈਨ ਹੈ ਡਿਸਪੋਜ਼ੇਬਲ ਉਹ ਚੀਜ਼ਾਂ ਬੈਨ ਹੈ ਫਿਰ ਰੱਖੀਏ ਕਿ ਦੁਕਾਨ ਤੁਹਾਡਾ ਬੰਦ ਕਰਕੇ ਰਹਿ ਸਕਦੇ ਹੋਰ ਕੀ ਕੰਮ ਕਰ ਸਕਦੇ ਅਸੀਂ। ਤਾਂ ਕੋਈ ਟਾਈਮ ਲਿਮਿਟ ਦਿੱਤੀ ਗਈ ਹੋਵੇ ਤੁਹਾਨੂੰ ਕਿ ਕਿਹੜੀਆਂ ਚੀਜ਼ਾਂ ਜਿਹੜੀਆਂ ਬੈਨ ਹੋਣਗੀਆਂ ਜਾਂ ਕਦੋਂ ਤੱਕ ਤੁਸੀਂ ਇਹਨਾਂ ਦਾ ਵਿਕਰੀ ਕਰ ਸਕਦੇ ਕਿਉਂਕਿ ਸਟਾਕ ਵੀ ਤੁਹਾਡੇ ਕੋਲ ਕਾਫੀ ਹੋਏਗਾ। ਦੇਖੋ ਸਰ ਸਟਾਕ ਤਾਂ ਸਾਡੇ ਕੋਲ ਹੈਗਾ ਮੋਸਟਲੀ ਕਲੀਅਰ ਹੈ ਸਾਡੇ ਕੋਲ ਮੋਸਟਲੀ ਕਲੀਅਰ ਵੀ ਹੈ। ਦੇਖੋ ਬਾਕੀ ਸਟੇਟਸ ਦੇ ਵਿੱਚ ਲਾਈਕ ਦਿੱਲੀ ਦੇ ਵਿੱਚ ਉੜੀਸਾ ਦੇ ਵਿੱਚ 75 ਮਾਈਕਰੋਨ ਪਾਸ ਕੀਤਾ ਉਹਨਾਂ ਨੇ ਸਾਡੇ ਵੀ ਪੰਜਾਬ ਗਵਰਨਮੈਂਟ ਨੂੰ ਚਾਹੀਦਾ ਕਿ 75 ਮਾਈਕਰੋਨ ਪਾਸ ਕਰ ਦਿਓ ਸਾਨੂੰ ਕੋਈ ਚੀਜ਼ ਚਲਾਉਣ ਦਿਓ ਕੋਈ ਦਿੱਕਤ ਨਹੀਂ ਤੁਹਾਡੇ ਨਾਲ ਐਗਰੀ ਹੈ ਜੋ ਤੁਸੀਂ ਕਹੋਗੇ ਅਸੀਂ ਉਹ ਕਰਾਂਗੇ। 75 ਮਿੰਟ ਸਾਨੂੰ ਅਲਾਉਡ ਕਰ ਦਿਓ ਸਾਨੂੰ 75 ਮਾਈਕਰੋਨ ਇਹ ਤੁਹਾਡੀ ਮੀਡੀਆ ਰਾਹੀਂ ਸਾਡੇ ਉੱਥੇ ਤੱਕ ਸੰਦੇਸ਼ ਪਹੁੰਚਾ ਦਿਓ ਅਸੀਂ ਬਹੁਤ ਧੰਨਵਾਦੀ ਹੋਵਾਂਗੇ।
ਪਰ ਜਿਸ ਤਰੀਕੇ ਨਾਲ ਸਰਕਾਰ ਦਾ ਕਹਿਣਾ ਹੈ ਕਿ ਪ੍ਰਦੂਸ਼ਣ ਆ ਜਿਹੜਾ ਕਾਫੀ ਜ਼ਿਆਦਾ ਵੱਧਦਾ ਹੈ ਪਲਾਸਟਿਕ ਦੇ ਨਾਲ, ਉਹਨਾਂ ਦਾ ਕਹਿਣਾ ਹੈ ਕਿ ਇਸੇ ਕਰਕੇ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਬੈਨ ਕੀਤਾ ਜਾ ਰਿਹਾ, ਤਾਂ ਉਹਦਾ ਅਸਰ ਹੈ ਜੀ? ਸਰ ਅਸੀਂ ਟੈਕਸਿਸ ਕਾਹਦਾ ਦਿੰਦੇ ਆ? ਅਸੀਂ ਸਭ ਕੁਝ ਦਿੰਦੇ ਆ, ਟੈਕਸ ਦਿੰਦੇ ਆ। ਸਰਕਾਰ ਨੂੰ ਚਾਹੀਦਾ ਮੈਨੇਜਮੈਂਟ ਤੁਹਾਡੇ ਹੱਥ ਚਾਹੀਦੀ ਹੈ। ਅਸੀਂ ਲਿਫਾਫਾ ਵੀ ਵੇਚਾਂਗੇ, ਕੈਰੀ ਬੈਗ ਵੀ ਵੇਚਾਂਗੇ, ਅਸੀਂ ਡਿਸਪੋਜ਼ਲ ਵੇਚਾਂਗੇ, ਅਸੀਂ ਸਮਾਨ ਥੋੜ੍ਹਾ ਇਕੱਠਾ ਕਰਾਂਗੇ। ਉਹ ਤਾਂ ਮੈਨੇਜਮੈਂਟ ਕਰੇਗੀ ਨਾ। ਇੰਨੀ ਤਨਖਾਹਾਂ ਪੇ ਕਰਦੇ, ਇੰਨੀ ਸੈਲਰੀ ਬੇਸ ਕਰਦੇ, ਕਿਹਦੇ ਵਾਸਤੇ ਪੇ ਕਰਦੇ? ਇਹਨਾਂ ਨੂੰ ਚਾਹੀਦਾ ਕਿ ਸਹੀ ਮੈਨੇਜਮੈਂਟ ਸਹੀ ਕਰਨ। ਅਸੀਂ ਕੀ ਕਰ ਸਕਦੇ? ਸਾਡੇ ਤੋਂ ਕੋਈ ਪ੍ਰੋਬਲਮ ਹੀ ਨਹੀਂ, ਅਸੀਂ ਇੱਕ ਦੁਕਾਨਦਾਰ ਬੰਦੇ ਹਾਂ। ਮੈਨੇਜਮੈਂਟ ਸਹੀ ਹੋਊਗਾ ਆਪੇ ਸਭ ਕੁਝ ਠੀਕ ਹੋ ਜਾਏਗਾ। ਤਾਂ ਨੁਕਸਾਨ ਦੀ ਜੇਕਰ ਮੈਂ ਗੱਲ ਕਰਾਂ ਕਿ ਲੱਗਦਾ ਹੈ ਕਿ ਜਿਹੜਾ ਹੁਣ ਤੁਹਾਨੂੰ ਇੱਕ ਝਟਕਾ ਮਿਲਿਆ ਇੱਕੋਦਮ, ਤਾਂ ਇਹਦੇ ਨਾਲ ਕਿੰਨਾ ਕੁ ਨੁਕਸਾਨ ਹੋਏਗਾ ਵਪਾਰੀ ਦਾ? ਸਰ ਅੱਧੇ ਤੋਂ ਵੱਧ ਸੇਲ ਘੱਟ, ਸੇਲ ਹੀ ਬੋਡੀ ਕੀ ਸੇਲ ਸਾਡੀ ਤਾਂ ਬਹੁਤ ਜ਼ਿਆਦਾ ਝਟਕਾ ਹੈ। ਅਸੀਂ ਤਾਂ ਫ੍ਰੀ ਬੈਠੇ ਹੋਏ ਹਾਂ, ਅਸੀਂ ਕੋਈ ਚੱਕਰ ਨਹੀਂ ਇਹਦੇ ਵਿੱਚ। ਤੁਸੀਂ ਆਪ ਦੇਖ ਸਕਦੇ ਹੋ, ਬਿਲਕੁਲ ਅਸੀਂ ਫ੍ਰੀ ਬੈਠੇ ਹੋਏ ਹਾਂ ਸਵੇਰ ਦੇ। ਬਿਲਕੁਲ ਜੀ। ਨੁਕਸਾਨ ਦੀ ਗੱਲ ਆ ਗਈ। ਨੁਕਸਾਨ ਤੇ ਫੈਕਟਰੀਆਂ ਵਾਲੇ ਫ੍ਰੀ ਹੋ ਗਏ। ਹਰ ਫੈਕਟਰੀ ਲੋਨ ਤੇ ਹੈਗੀ ਹੈ, ਮਸ਼ੀਨਰੀ ਲੋਨ ਤੇ ਹੈਗੀ ਹੈ, ਲੇਬਰ ਵਿਹਲੀ ਬੈਠੀ ਹੈ। ਜੇ ਕਿਸੇ ਫੈਕਟਰੀ 20 ਬੰਦੇ ਲੇਬਰ ਹੈਗੀ ਹੈ, ਉਹਦੇ ਪਰਿਵਾਰ ਵਿੱਚ 10 ਬੰਦੇ ਹੈਗੇ ਨੇ। ਮਤਲਬ ਇੱਕ ਫੈਕਟਰੀ 200 ਬੰਦੇ ਪਾਲ ਰਹੀ ਹੈਗੀ ਹੈ। ਜਦ ਕਿ ਸਰਕਾਰ ਡਿਊਟੀ ਉਹਨਾਂ ਨੂੰ ਨੌਕਰੀਆਂ ਦੇਵੇ। ਅਸੀਂ ਨੌਕਰੀ ਦਿੱਤੀ ਉਹਨਾਂ ਨੂੰ, ਉਹਨਾਂ ਵਿਹਲੇ ਕਰਤਾ। ਜੇ ਹੁਣ ਵਿਹਲੇ ਹੋ ਗਏ, ਆਪਾਂ ਨੌਕਰੀ ਕੱਢਾਂਗੇ ਉਹਨੂੰ, ਨੈਚੁਰਲੀ ਕ੍ਰਾਈਮ ਵਧੇਗਾ। ਵੈਸੇ ਲੁਧਿਆਣੇ ਤੋਂ ਕਿੰਨਾ ਕ੍ਰਾਈਮ ਚੱਲ ਰਿਹਾ ਹੈਗਾ। ਅਸੀਂ ਬੈਂਕਾਂ ਨੂੰ ਇੰਟਰਸਟ ਪੇ ਕਰਦੇ ਹੈਗੇ। ਜੇ ਅਸੀਂ ਇੰਟਰਸਟ ਭਰਦੇ ਹਾਂ, ਬੈਂਕ ਵੀ ਚੱਲਦੇ ਹੈਗੇ ਨੇ। ਜੇ ਆਪਾਂ ਬਿਜਲੀ ਬਿੱਲ ਦਿੰਦੇ ਆ, ਬਿਜਲੀ ਸਰਕਾਰਾਂ ਵੀ ਚੱਲਦੀਆਂ ਹੈਗੀਆਂ ਨੇ। GST ਪੇ ਕਰਦੇ, ਇਨਕਮ ਟੈਕਸ ਪੇ ਕਰਦੇ ਹੈਗੇ ਆ। ਹੁਣ ਦੇਖੋ, ਸਾਨੂੰ ਕੰਮ ਕਰਦੇ 40 ਸਾਲ ਸਾਡੀ ਉਮਰਾਂ ਬੀਤ ਗਈਆਂ ਨੇ। ਅਸੀਂ ਉੱਪਰ ਜਾਣ ਦੀ ਤਿਆਰੀ ਕਰਦੇ ਪਏ ਹਾਂ ਤੁਹਾਡੇ ਸਾਹਮਣੇ। ਹੁਣ ਨਵੇਂ ਕੰਮ ਕੀ ਕਰਾਂਗੇ ਅਸੀਂ? ਬੱਚਾ ਕੀ ਸੈਟਲ ਕਰਾਂਗੇ? ਇੱਕ ਤਾਂ ਮਾਨ ਸਰਕਾਰ ਜੋ ਆਈ ਸੀਗੀ, ਉਹਨਾਂ ਨੇ ਕਿਹਾ ਸੀ ਤੁਸੀਂ ਪੰਜਾਬ 'ਚ ਪਾ ਲਿਓ, ਪੰਜਾਬ 'ਚ ਆਪਾਂ ਖੁਸ਼ਹਾਲ ਕਰਾਂਗੇ। ਖੁਸ਼ਹਾਲ ਕੀ ਹੋਣਾ? ਹੁਣ ਥੋੜੇ ਖੁਸ਼ਹਾਲੀ ਹੈ ਤੇ ਬੱਚੇ ਹੁਣ ਬਾਹਰ ਜਾ। ਹੁਣ ਸਾਡਾ ਇੱਕ ਤਾਂ ਵਪਾਰ ਬੰਦ ਕਰ, ਰਾਤੋਂ ਰਾਤ ਸਾਨੂੰ ਅਰਸ਼ ਤੇ ਫਰਸ਼ ਲੈ ਆਂਦਾ ਹੈਗਾ। ਹੁਣ ਸਾਡੇ ਬੱਚੇ ਪਛਾਣ ਕਹਿੰਦੇ ਪਾਪਾ ਸਾਨੂੰ ਬਾਹਰ ਭੇਜੋ, ਅਸੀਂ ਇੱਥੇ ਇੰਡੀਆ ਨਹੀਂ ਰਹਿਣਾ ਹੈਗਾ। ਆਪੇ ਹੌਲੀ ਇੰਡੀਆ ਇਹ 88,000 ਫੈਕਟਰੀਆਂ ਬੰਦ ਹੋ ਗਈ ਪੂਰੇ ਹਿੰਦੁਸਤਾਨ 'ਚ। ਬੱਚੇ ਆਪੇ ਬਾਹਰ ਭੱਜਣਗੇ। ਬਾਹਰਲੇ ਦੇਸ਼ ਖੁਸ਼ਹਾਲ ਹੋ ਰਹੇ, ਬਾਹਰਲੇ ਬੱਚੇ ਨੂੰ ਕੰਮ ਕਰਕੇ ਦੇ ਰਹੇ ਬਾਹਰਲੇ ਮੁਲਕਾਂ ਨੂੰ। ਉੱਥੇ GST ਸਰਕਾਰ ਨੂੰ ਸੰਭਾਲਦੀ ਹੈ। ਉਹਨਾਂ ਨੂੰ ਹੈਲਥ ਫਰੀ ਹੈਗੀ ਹੈ, ਛੋਟੇ ਬੱਚਿਆਂ ਮੈਡੀਕਲ ਫਰੀ ਹੈਗਾ, ਸਭ ਕੁਝ ਫਰੀ ਹੈਗਾ। ਪੜ੍ਹਾਈ ਬੱਚਿਆਂ ਫਰੀ ਹੈਗੀ ਹੈ। ਕਿਉਂਕਿ ਬੱਚੇ ਬਾਹਰ ਭੱਜਣਗੇ। ਇੱਥੇ ਆਪਾਂ ਇਹਨੇ ਟੈਕਸ ਦੇਣ ਦੇ ਬਾਵਜੂਦ ਹੀ ਸੇਫ ਨਹੀਂ ਹੈਗੇ। ਪਰ ਸਰਕਾਰ ਤਾਂ ਕਹਿ ਰਹੀ ਹੈ ਕਿ ਬਾਹਰਲੇ ਮੁਲਕਾਂ ਵਾਲੇ ਨੌਕਰੀ ਕਰਨ ਦੇ ਲਈ ਇੱਥੇ ਆਉਣਗੇ। ਤੁਸੀਂ ਕਹਿ ਰਹੇ ਹੋ ਕਿ ਅਸੀਂ ਇੱਥੋਂ ਬਾਹਰ। ਸਾਹਮਣੇ ਜੇ ਆਪਾਂ ਸਾਡਾ ਕਾਰੋਬਾਰ ਬੰਦ ਹੋ ਗਿਆ, ਸਾਨੂੰ ਰਾਤੋਂ ਅਰਸ਼ ਤੇ ਫਰਸ਼ ਲਿਆਂਦਾ, ਆਪਾਂ ਅਸੀਂ ਬਾਹਰ ਸੋਚਾਂ ਬਾਹਰ ਜਾਈਏ ਬਈ। ਇੱਥੇ ਬੋਲ ਕੇ ਕੁਛ ਨਹੀਂ ਪਿਆ ਆਪਣੇ ਪੈ ਗਏ। ਜਦ ਇੱਥੇ ਜੰਮੇ ਪੱਲੇ ਹੈਗੇ ਅਸੀਂ ਇੱਥੇ ਹੁਣ ਉਹਨਾਂ ਦੀ ਜਾ ਕੇ ਨੌਕਰੀ ਕਰਾਂਗੇ ਬਾਹਰਲੇ ਮੁਲਕਾਂ ਜਾ ਕੇ। ਉਹਨਾਂ ਦੀ ਸਰਕਾਰਾਂ ਪਾਲਾਂਗੇ, ਉਹਨਾਂ ਨੂੰ ਟੈਕਸ ਦੇਵਾਂਗੇ, ਸਾਨੂੰ ਸੰਭਾਲੇ ਸਰਕਾਰ। ਸਾਡੀ ਮੈਡੀਕਲ ਦੇਗੀ, ਸਾਨੂੰ ਸਭ ਕੁਝ ਦੇਗੀ। ਪਰ ਜਿਸ ਤਰੀਕੇ ਨਾਲ ਪਹਿਲਾਂ ਚੋਣ ਪ੍ਰਚਾਰ ਹੋ ਰਿਹਾ ਸੀ, ਤਾਂ ਵਪਾਰੀਆਂ ਦੇ ਨਾਲ ਸਰਕਾਰ ਦੇ ਵੱਲੋਂ ਜਿਹੜੇ ਨੁਮਾਇੰਦੇ ਨੇ, ਚਾਹੇ CM ਭਗਵੰਤ ਮਾਨ ਜੀ ਹੋਣ ਜਾਂ ਫਿਰ ਦਿੱਲੀ ਦੇ CM ਅਰਵਿੰਦ ਕੇਜਰੀਵਾਲ ਹੋਣ, ਲੁਧਿਆਣੇ ਵੀ ਆਏ ਨੇ, ਵਪਾਰੀਆਂ ਦੇ ਨਾਲ ਗੱਲਬਾਤ ਵੀ ਕੀਤੀ ਆ। ਪਰ ਉਸ ਤੋਂ ਵੀ ਨਹੀਂ ਕੋਈ ਇਸ ਤਰੀਕੇ ਨਾਲ ਗੱਲਬਾਤ। ਕੋਈ ਪਿਛਲੀ ਸਰਕਾਰ ਨੇ ਸਾਡੀ ਕੋਲ ਛੋੜੀ। ਅਸੀਂ ਇੱਕ ਮਾਨ ਸਰਕਾਰ ਨੂੰ ਆਪ ਪਾਰਟੀ ਨੂੰ ਨਵਾਂ ਮੌਕਾ ਦਿੱਤਾ ਜਾਵੇ, ਸਾਡੇ ਕੁਝ ਮਸਲੇ ਹੱਲ ਹੋਣਗੇ। ਪਰ ਉਹ ਵੀ ਨਹੀਂ ਕੁਛ ਸਾਡੇ ਸਮਝਦਾ ਆ। ਵਾ ਕੁਛ ਮਸਲਾ ਹੱਲ ਨਹੀਂ ਆ। ਉਲਟਾ ਸਾਡੇ ਕਾਰੋਬਾਰ ਬੰਦ ਹੋ ਗਏ ਨੇ। ਯਾਨੀ ਕਿ ਵਾਅਦੇ ਹੀ ਨਿਕਲੇ ਨੇ ਤੁਹਾਡੇ ਨਾਲ, ਜਿਹੜੇ ਵਾਅਦੇ ਕੀਤੇ ਕਿਸੇ ਪੂਰਾ ਨਹੀਂ ਹੋਇਆ, ਇਹ ਕਹਿ ਰਹੇ ਹੋ? ਯਾਦ ਕੀ ਕਿ 75 ਮਾਈਕਰੋਨ ਦਾ ਕਾਨੂੰਨ ਆਪ ਸਰਕਾਰ ਦਿੱਲੀ ਪਾਸ ਕੀਤੀ ਉੱਥੇ ਸੈਂਟਰ 'ਚ, ਉਹੀ ਕਾਨੂੰਨ ਪੰਜਾਬ ਲਾਗੂ ਕਰ ਦਿਓ। ਦੇਖੋ ਨਾ, ਹੁਣ ਸਰਕਾਰਾਂ ਕਹਿੰਦੀਆਂ ਨੇ ਜੀ ਪਲਾਸਟਿਕ ਦਾ ਸੀਵਰੇਜ ਚੌਕ ਹੁੰਦਾ ਹੈ। ਦੇਖੋ 11 ਮਹੀਨੇ ਕੋਈ ਸੀਵਰੇਜ ਚੌਕ ਨਹੀਂ ਹੋਇਆ। ਆਹ ਬਰਸਾਤ ਦੇ ਮਹੀਨੇ ਸੀਵਰੇਜ ਚੌਕ ਹੋਣੀ ਹੈ। ਜੇ ਤੁਹਾਡਾ ਮੈਨੇਜਮੈਂਟ ਸਹੀ ਹੈਗਾ, ਕਾਰੋਬਾਰ ਦੇ ਬੰਦੇ ਇਮਾਨਦਾਰੀ ਸਰਵਾਈ ਸਫਾਈ ਕਰਨਗੇ ਤਾਂ ਕੰਮ ਸਹੀ ਚੱਲੇਗਾ। ਤੁਸੀਂ ਕਿਸੇ ਕੂੜੇ ਦੇਖ ਲਓ, ਤੁਹਾਨੂੰ ਪਲਾਸਟਿਕ ਦੇ ਲਿਫਾਫੇ ਬਹੁਤ ਘੱਟ ਨਿਕਲਣਗੇ। ਛੋਟੇ ਸ਼ੈਂਪੂ ਪਾਊਚਿਸ ਨਿਕਲਣਗੇ ਜਿਹੜੇ ਰੀਸਾਈਕਲੇਬਲ ਨਹੀਂ ਹੈਗੇ। ਪਲਾਸਟਿਕ ਕੈਰੀ ਪਰ ਇਹੀ ਚੀਜ਼ ਜੇ 10 ਟਾਈਮ 12 ਟਾਈਮ ਰੀਸਾਈਕਲ ਹੋ ਜਾਏਗਾ। ਲਾਸਟ ਉਹਦਾ ਹੱਲ ਹੈ ਜੋ ਨਖਿੱਧ ਹੋ ਗਿਆ, ਉਹ ਫਿਰ ਦੁਬਾਰਾ ਪਲਾਸਟਿਕ ਸੜਕਾਂ ਵਿੱਚ ਪੈ ਜਾਏਗਾ, ਜਿਹਦੀ ਸੜਕ ਲਾਈਫ 10 ਸਾਲ ਹੈਗੀ ਹੈ। ਤੁਸੀਂ ਆਪ ਦੇਖੋ, ਸੜਕਾਂ ਸਰਕਾਰ ਬਣਾਉਂਦੀ ਹੈ, ਇੱਕ ਬਾਰਿਸ਼ ਆ ਜੀ ਟੋਏ ਪੈਣ ਦੇ ਸੜਕਾਂ 'ਤੇ। ਅਗਰ ਉਹਦੇ 'ਚ ਪਲਾਸਟਿਕ ਪਾਇਆ ਹੋਵੇ, 10 ਸਾਲ ਲਾਈਫ ਹੈਗੀ ਹੈ। ਇਹਦੇ ਵਿੱਚ ਸਰਕਾਰ ਦਾ ਪੈਸਾ ਬਚੇਗਾ। ਅਸੀਂ ਜਿਹੜਾ ਸਰਕਾਰ GST ਪੇ ਬਚੇਗਾ ਕੀਤਾ ਹੈਗਾ, ਉਹ ਦੂਸਰੇ ਪਾਸੇ ਕੰਮ ਆਏਗਾ। ਉਹ GST ਸਰਕਾਰ ਸੜਕਾਂ ਲਗਾ ਰਹੀ ਹੈਗੀ, ਹੋਰ ਕੰਮ ਲਗਾ ਰਹੀ, ਦੂਸਰੇ ਕੰਮਾਂ ਲਗਾਓ। ਸੜਕ ਲਾਈਫ ਆਊਗੀ 10 ਸਾਲ, ਸੜਕ ਵਧੀਆ ਬਣੇਗੀ। ਯਾਨੀ ਕਿ ਤੁਸੀਂ ਕਹਿ ਰਹੇ ਹੋ ਕਿ ਜਿਹੜੀਆਂ ਚੀਜ਼ਾਂ ਦਾ ਯੂਜ਼ ਹੋ ਚੁੱਕੀਆਂ ਨੇ ਇੱਕ ਵਾਰ, ਉਹਨਾਂ ਦਾ ਵਰਤੋਂ ਕਿਵੇਂ ਕਰਨੀ, ਉਹਨਾਂ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ ਵਾ ਕਿ ਕਿਵੇਂ ਕਿਸੇ ਚੀਜ਼ ਨੂੰ ਯੂਜ਼। ਪਲਾਸਟਿਕ ਤੁਹਾਡਾ ਫਰੈਂਡ ਹੈਗਾ। ਹੁਣ ਤੁਸੀਂ ਸਮਝੋ, ਹੁਣ ਆਪਾਂ ਇੱਕ ਸਰਕਾਰ ਕਹਿੰਦੀ ਪਲਾਸਟਿਕ ਬੰਦ ਕਰ ਦਿਓ। ਘਰੋਂ ਤੁਸੀਂ ਸਮਾਨ ਲੈਣ ਨਿਕਲਿਓ, ਤੁਸੀਂ ਕਿੰਨੇ ਥੈਲੇ ਨਾਲ ਲੈ ਜਾਓ। ਇੱਕ ਚੀਜ਼ ਤੁਸੀਂ ਆਪਣਾ ਇੱਕ ਚੀਜ਼ ਲੈਣ ਜਾ ਰਹੇ ਆ, 10 ਚੀਜ਼ਾਂ ਤੁਹਾਨੂੰ ਪਸੰਦ ਆਉਂਦੀਆਂ, 10 ਤੇ ਨਾਲ ਥੋੜ੍ਹਾ ਲੈ ਕੇ ਜਾਓਗੇ। ਉਹਨਾਂ ਨੇ ਡਿਸਪੋਜ਼ਲ ਬੰਦ ਕੀਤਾ। ਤੁਸੀਂ ਬਾਹਰ ਘਰੋਂ ਨਿਕਲੇ ਹੋ, ਲੇਡੀਜ਼ ਬੱਚੇ ਬੈਠੇ, ਪਾਪਾ ਗੋਲਗੱਪੇ ਖਾਣੇ, ਗੋਲਗੱਪੇ ਖਾਣ ਲਈ ਘਰੋਂ ਕਟੋਰੀ ਨਾਲ ਲੈ ਕੇ ਜਾਵਾਂਗੇ। ਜਾਂ ਅੱਜ ਤੋਂ 30 ਸਾਲ ਪਹਿਲਾਂ ਸੀਗਾ,
ਆਪਾਂ ਛੋਟੇ ਹੁੰਦੇ ਸੀ ਘਰੋਂ ਦੁੱਧ ਦਹੀਂ ਲੈਣ ਜਾਂਦੇ ਸੀ, ਡੋਲੂ ਲੈ ਕੇ ਜਾਂਦੇ, ਥੈਲੇ ਲੈ ਕੇ ਜਾਂਦੇ ਸੀਗੇ। ਪਰ ਹੁਣ ਸਾਨੂੰ ਹੈਬਚੁਅਲ ਹੋ ਗਏ ਪਲਾਸਟਿਕ ਦੇ। ਹੁਣ ਅੱਜ ਦੇ ਪੜ੍ਹੇ ਲਿਖੇ ਬੱਚੇ ਡੋਲੂ ਲੈ ਕੇ ਜਾਣਗੇ, ਦੁੱਧ ਦਹੀਂ ਫਰੂਟ ਸਬਜ਼ੀ ਲੈ ਡੋਲੂ ਲੈ ਕੇ ਜਾਣਗੇ, ਥੈਲੇ ਲੈ ਕੇ ਜਾਣਗੇ। ਪਰ ਸਰਕਾਰ ਤਰਕ ਵਾਰ-ਵਾਰ ਇਹੀ ਦੇ ਰਹੀ ਆ ਕਿ ਇਸ ਦੇ ਨਾਲ ਜਿਹੜਾ ਪ੍ਰਦੂਸ਼ਣ ਵੱਧਦਾ ਹੈ ਤਾਂ ਉਹਨੂੰ ਕੰਟਰੋਲ ਕਰਨਾ ਹੈ, ਇਸੇ ਕਾਰਨ ਇਹ ਜਿਹੜਾ ਬੈਨ ਲਗਾਇਆ ਜਾ ਰਿਹਾ। ਉਹ ਅਸੀਂ ਮੈਨੇਜਮੈਂਟ ਕਰੋ। ਜਿਵੇਂ ਹੁਣ ਜੇ ਪਲਾਸਟਿਕ ਬੋਤਲਾਂ ਹੈ, ਹਰ ਬਾਜ਼ਾਰ ਚੋਂ ਕਿ ਜੀ ਤੁਸੀਂ ਕਰਾਸੀ ਮਸ਼ੀਨ ਲਗਾਓ, ਪਾਣੀ ਪੀਓ, ਕੋਲਡ ਡਰਿੰਕ ਪੀਓ, ਉਹਨੂੰ ਕ੍ਰਸ਼ ਕਰਕੇ ਉਹ ਵੇਸਟ ਸਰਕਾਰ ਦਿਓ। ਉਹ ਤੁਸੀਂ ਫੈਕਟਰੀਆਂ ਵਾਲੇ ਜਿਹੜਾ ਦਾਣਾ ਬਣਾਉਂਦੇ ਰਹੇ ਰੀਪ੍ਰੋਸੈਸ ਕਰਦੇ 50-60 ਰੁਪਏ ਕਿਲੋ ਨੂੰ ਸਕ੍ਰੈਪ ਦਿਓ। ਉਹ ਸਕ੍ਰੈਪ ਸੜਕਾਂ 'ਚ ਪਏਗੀ, ਸੜਕਾਂ ਵਧੀਆ ਬਣਨਗੀਆਂ, ਸੜਕਾਂ ਲਾਈਫ ਵਧੇਗੀ। ਇੱਥੇ ਹੁਣ ਇੱਕ ਵਾਰ ਸੇ ਸੜਕ ਖਰਾਬ ਹੋਈ ਦੀ ਹੈ, ਉਹਦੇ ਪਲਾਸਟਿਕ ਪੈ ਜਾਏ, ਉਹਦੀ ਲਾਈਫ ਅੱਛੀ ਸੜਕ ਦੀ। ਤਾਂ ਕੋਈ ਵਪਾਰੀਆਂ ਦੀ ਆਪਸ ਵਿੱਚ ਕੀ ਗੱਲਬਾਤ ਹੀ ਹੋਵੇ ਤੁਹਾਡੀ, ਜਿੰਨਾ ਵੀ ਤੁਸੀਂ ਜਿਹੜਾ ਵਪਾਰੀ ਤੁਹਾਡਾ ਵਰਗ ਹੋਏਗਾ ਉਹਨਾਂ ਦੀ ਕੀ ਆਪਸ ਵਿੱਚ ਗੱਲਬਾਤ ਹੀ ਹੋਵੇ ਜਾਂ ਕੋਈ ਅੱਗੇ ਦੀ ਰਣਨੀਤੀ ਤਿਆਰ ਕੀਤੀ ਹੋਵੇ? ਕੋਈ ਰਣਨੀਤੀ ਤਿਆਰ ਨਹੀਂ। ਅਸੀਂ ਮਿਲੇ ਐਮਐਲਏ ਸਾਹਿਬ ਨੂੰ, ਕਹਿੰਦੇ ਤੁਹਾਡੇ ਅੱਗੇ ਮਾਨ ਸਾਹਿਬ ਮੀਟਿੰਗ ਕਰਾਵਾਂਗੇ, ਪਰ ਹਾਲ ਤੱਕ ਮੀਟਿੰਗ ਨਹੀਂ ਸਾਡੀ ਹੋ ਰਹੀ ਕੋਈ। ਸਾਨੂੰ ਟਾਈਮ ਨਹੀਂ ਮਿਲਿਆ, ਨਾ ਮੀਟਿੰਗ ਹੋ ਰਹੀ ਹੈਗੀ। ਕਿੰਨੇ ਦਿਨ ਹੋ ਚੁੱਕੇ ਆ ਜੀ? ਕੱਲ ਤੋਂ ਸੀਗਾ, ਕੱਲ ਤੋਂ ਪਲਾਸਟਿਕ ਬੰਦ ਹੋਇਆ। ਹਾਂ, ਤਾਂ ਫਿਰ ਲੱਗਦਾ ਉਮੀਦ ਲੱਗਦੀ ਹੈ ਕਿ ਗੱਲਬਾਤ ਹੋਏਗੀ, ਕਿ ਹੱਲ ਨਿਕਲੇਗਾ। ਉਮੀਦ ਤੇ ਸਿਰ ਤੇ ਦੁਨੀਆ ਜਿੰਦੀ ਹੈਗੀ, ਉਮੀਦ ਹੈਗੀ ਹੈ ਸ਼ਾਇਦ ਮਾਨ ਸਾਹਿਬ ਸਾਡਾ ਸੁਣ ਲੈ, ਸਾਡੇ ਦੁੱਖ ਸੁਣ ਲੈ, ਸਾਡੇ ਬੱਚੇ ਦਾ ਫਿਊਚਰ ਬਣ ਜਾਏ, ਸਾਡੇ ਬੱਚੇ ਬਾਹਰ ਨਾ ਜਾਣ ਸਾਡੇ ਤੋਂ। ਜੀ ਸਾਡੇ ਬੱਚੇ ਬਾਹਰ ਸਮਝ ਬੇਔਲਾਦ ਹੋ ਗਏ, ਇੱਥੇ ਬੈਠੇ ਬੱਚੇ ਬਾਹਰ ਬੈਠੇ ਨੇ, ਉਹ ਬੇਔਲਾਦ ਹੋ ਗਏ ਸੀ। ਤਾਂ ਕੋਈ ਸਰਕਾਰ ਨੂੰ ਸੁਨੇਹਾ ਦੇਣਾ ਚਾਹੁੰਦੇ ਹੋ, ਕੋਈ ਮੈਸੇਜ ਹੋਵੇ ਤੁਹਾਡਾ ਇਸ ਮਸਲੇ ਨੂੰ ਲੈ ਕੇ? ਅਸੀਂ ਚਾਹੁੰਦੇ ਸਾਨੂੰ 75 ਮਾਈਕਰੋਨ ਵਾਲਾ ਕਾਨੂੰਨ ਪਾਸ ਕਰ ਦਿਓ। ਜੋ ਕੈਰੀ ਬੈਗ ਚੱਲ ਰਿਹਾ ਹੈਗਾ, ਪਤਲੇ ਕੈਰੀ ਬੈਗ ਬਿਲਕੁਲ ਬੰਦ ਕਰੋ। ਅਸੀਂ ਤੁਹਾਡੇ ਨਾਲ ਹੈਗੇ ਹਾਂ। ਜਿਹੜਾ ਪਤਲਾ ਕੈਰੀ ਬਣਾਏਗਾ ਉਹਨੂੰ ਸਜ਼ਾ ਦਿਓ, ਉਹਦੀ ਫੈਕਟਰੀ ਸੀਲ ਕਰੋ, ਕਨੈਕਸ਼ਨ ਕੱਟੋ ਉਹਦੇ। ਪਰ 75 ਮਾਈਕਰੋ ਪਾਸ ਕਰੋ। ਜੋ ਥਰੋ ਵੀ ਹੋਏਗਾ ਉਹਨੂੰ ਚੱਕਿਆ ਵੀ ਜਾਏਗਾ। ਚੱਕਦੇ ਵੀ ਹੈਗੇ ਨੇ ਸਾਡੇ ਪਲਾਸਟਿਕ ਜ਼ਮੀਨਾਂ ਲੈ ਕੇ, ਰੀਸਾਈਕਲ ਚੱਕਦੇ ਵੀ ਹੈਗੇ ਨੇ, ਉਹਨਾਂ ਨੂੰ ਕਬਾੜੀਏ ਚੱਕ ਕੇ ਦੇ ਦਿੰਦੇ ਨੇ। ਤੁਸੀਂ 75 ਮਾਈਕਰੋ ਹੁਣ ਬਾਹਰ ਛੱਡ ਦਿਓ, 5 ਕਿਲੋ ਬਾਹਰ ਛੱਡ ਦਿਓ, ਤੁਹਾਨੂੰ 5 ਮਿੰਟ ਉਹ ਮਿਲੇਗਾ ਨਹੀਂ। ਕੂੜੇ ਜਾਣਾ ਕੀ ਤਾਂ ਉਹਦੀ ਵੈਲਿਊ 50-60 ਰੁਪਏ ਕਿਲੋ ਹੈਗੀ, ਉਹ ਰੀਸਾਈਕਲੇਬਲ ਹੈਗਾ। ਇਹਦੇ ਵਿੱਚ ਵੀ ਤੁਸੀਂ ਇਹ ਚੀਜ਼ ਕਹਿ ਰਹੇ ਕਿ ਸਿੰਗਲ ਯੂਜ਼ ਨਹੀਂ ਹੈਗਾ, 10 ਟਾਈਮ 12 ਟਾਈਮਸ ਰੀਪ੍ਰੋਸੈਸ ਹੋ ਜਾਂਦਾ ਹੈਗਾ। ਤੁਸੀਂ ਇਹ ਵੀ ਗੱਲ ਕਹਿ ਰਹੇ ਹੋ ਕਿ ਜਿਹੜੀਆਂ ਚੀਜ਼ਾਂ ਦੇ ਵਿੱਚ ਮਟੀਰੀਅਲ ਪੂਰਾ ਨਹੀਂ ਪਾਇਆ ਜਾਂਦਾ, ਪਲਾਸਟਿਕ ਦੇ ਵਿੱਚ ਵੀ ਕੱਪੜੇਬਾਜ਼ੀ ਕਹਿ ਸਕਦਾ ਕਿ ਜਿਨ੍ਹਾਂ ਦੇ ਵਿੱਚ ਇੱਕ ਸਸਤੇ ਤੌਰ ਦੇ ਉੱਤੇ ਤਿਆਰ ਕਰਕੇ ਚੀਜ਼ ਵੇਚੀ ਜਾ ਰਹੀ ਹੈ, ਉਹਨਾਂ ਦੇ ਉੱਤੇ ਨਕੇਲ ਕੱਸਣੀ ਚਾਹੀਦੀ। ਉਹ ਨਹੀਂ 75 ਬਾਈਕ ਹੈਵੀ ਗੇਜ ਦਾ ਮਾਲ ਬਣਾ 75 ਬਾਈਕ ਨੂੰ, ਉਹ ਨੁਕਸਾਨ ਨਹੀਂ ਕੋਈ। ਕਲਰ ਹੈ ਜਾਂ ਬਲੈਕ ਹੈ ਜਾਂ ਵਾਈਟ, ਉਹ ਕੋਈ ਦਿੱਕਤ ਨਹੀਂ ਹੈਗੀ, ਉਹ ਯੂਜ਼ੇਬਲ ਹੈ। ਬਸ ਲਾਈਟ ਵੇਟ ਦਾ ਮਾਲ ਬੰਦ ਹੋਣਾ ਚਾਹੀਦਾ। ਤਾਂ ਵਪਾਰੀਆਂ ਨਾਲ ਗੱਲਬਾਤ ਕੀਤੀ ਹੈ ਜੀ, ਇਹਨਾਂ ਦਾ ਕਹਿਣਾ ਹੈ ਕਿ ਕਾਫੀ ਚੀਜ਼ਾਂ ਦੇ ਵਿੱਚ ਇਹਨਾਂ ਨੂੰ ਹਲੇ ਤੱਕ ਸ਼ੋਰ ਨਹੀਂ ਕੀਤਾ ਗਿਆ ਕਿ ਕਿਹੜੀਆਂ ਚੀਜ਼ਾਂ ਬੈਨ ਨੇ, ਕਿਹੜੀਆਂ ਚੀਜ਼ਾਂ ਯੂਜ਼ ਕਰ ਸਕਦੇ ਹੋ। ਔਰ ਮਟੀਰੀਅਲ ਹੈ ਜਿਹੜਾ ਕਾਫੀ ਜ਼ਿਆਦਾ ਇਹਨਾਂ ਕੋਲ ਸਟਾਕ ਵੀ ਜਿੱਦਾਂ ਪਿਆ ਹੋਇਆ, ਤਾਂ ਕਾਫੀ ਦਿੱਕਤਾਂ ਇਹਨਾਂ ਨੂੰ ਵੀ ਆ ਰਹੀਆਂ ਨੇ। ਉੱਥੇ ਸਰਕਾਰ ਦੇ ਵੱਲੋਂ ਕਿਹਾ ਗਿਆ ਕਿ ਪ੍ਰਦੂਸ਼ਣ ਨੂੰ ਕੰਟਰੋਲ ਕਰਨਾ ਤਾਂ ਕਿਤੇ ਨਾ ਕਿਤੇ ਰਾਬਤਾ ਜ਼ਰੂਰ ਕਾਇਮ ਕਰਨਾ ਚਾਹੀਦਾ, ਤਾਂ ਕਿ ਜਿਹੜੀਆਂ ਮੁਸ਼ਕਿਲਾਂ ਨੇ ਉਹਨਾਂ ਦਾ ਹੱਲ ਲੱਭਿਆ ਜਾ ਸਕੇ ਅਤੇ ਪੰਜਾਬ ਨੂੰ, ਭਾਰਤ ਨੂੰ ਪ੍ਰਦੂਸ਼ਣ ਰਹਿਤ ਵੀ ਕੀਤਾ ਜਾ ਸਕੇ। ਤਾਂ ਪ੍ਰਦੂਸ਼ਣ ਰਹਿਤ ਕਰਨਾ ਵੀ ਜ਼ਰੂਰੀ ਹੈ, ਕਿਤੇ ਨਾ ਕਿਤੇ ਉਹਨਾਂ ਚੀਜ਼ਾਂ ਵੱਲ ਵੀ ਧਿਆਨ ਦੇਣਾ ਚਾਹੀਦਾ। ਉੱਥੇ ਹੀ ਉਹਨਾਂ ਲੋਕਾਂ ਨੂੰ ਵੀ ਇਹਨਾਂ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ ਜਿਹੜੇ ਕਿਸੇ ਵੀ ਪਲਾਸਟਿਕ ਚੀਜ਼ ਨੂੰ ਯੂਜ਼ ਕਰਦੇ ਨੇ ਅਤੇ ਬਾਹਰ ਥਰੋ ਕਰ ਦਿੰਦੇ ਨੇ ਜਾਂ ਬਾਹਰ ਸੁੱਟ ਦਿੰਦੇ ਨੇ, ਜਿਸ ਦੇ ਕਾਰਨ ਉਹ ਜਿਹੜਾ ਨੁਕਸਾਨ ਪਹੁੰਚਾਉਂਦੀ ਹੈ, ਜਿਸ ਦੇ ਨਾਲ ਪ੍ਰਦੂਸ਼ਣ ਵੱਧਦਾ। ਤਾਂ ਕਿਤੇ ਨਾ ਕਿਤੇ ਸਾਨੂੰ ਖੁਦ ਵੀ ਇਹਨਾਂ ਚੀਜ਼ਾਂ ਵੱਲ ਧਿਆਨ ਦੇਣਾ ਪਏਗਾ ਕਿ ਅਸੀਂ ਅਜਿਹਾ ਨਾ ਕਰੀਏ ਜਿਸ ਦੇ ਨਾਲ ਕਿਸੇ ਦਾ ਕੋਈ ਨੁਕਸਾਨ ਹੋਵੇ ਜਾਂ ਕਿਸੇ ਚੀਜ਼ ਦੇ ਨਾਲ ਪ੍ਰਦੂਸ਼ਣ ਦੇ ਵਿੱਚ ਵਾਧਾ ਹੁੰਦਾ। ਤਾਂ ਉਹਨਾਂ ਚੀਜ਼ਾਂ ਨੂੰ ਸਾਨੂੰ ਵੀ ਕੰਟਰੋਲ ਕਰਨਾ ਚਾਹੀਦਾ। ਉੱਥੇ ਵਪਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਸੀਐਮ ਸਾਹਿਬ ਨਾਲ ਵੀ ਜਿਹੜੀ ਮੁਲਾਕਾਤ ਕੀਤੀ ਜਾਏਗੀ, ਆਪਣੀਆਂ ਸਮੱਸਿਆਵਾਂ ਦੱਸੀਆਂ ਜਾਣਗੀਆਂ ਔਰ ਹੱਲ ਹੈ ਜਿਹੜਾ ਇਸ ਚੀਜ਼ ਦਾ ਹੱਲ ਲੱਭਿਆ ਜਾਏਗਾ, ਤਾਂ ਕਿ ਇਹਨਾਂ ਨੂੰ ਵੀ ਕੋਈ ਨੁਕਸਾਨ ਨਾ ਹੋਵੇ ਔਰ ਪ੍ਰਦੂਸ਼ਣ ਹੈ ਜਿਹੜਾ ਉਹ ਵੀ ਨਾ ਵਧੇ। ਸਹਿਯੋਗੀ ਸਾਥੀ ਵਿੱਕੀ ਜਰਖੜ ਦੇ ਨਾਲ ਸੁਖਪ੍ਰੀਤ ਸਿੰਘ।